ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਵਿਖੇ ਨੌਜਵਾਨ ਰੰਗਕਰਮੀ ਸ਼ਾਇਰ ਅਤੇ ਸਾਇੰਸ ਵਿਸ਼ੇ ਦੇ ਅਧਿਆਪਕ ਸ਼੍ਰੀ ਤੇਜਿੰਦਰ ਸਿੰਘ ਬਾਜ ਦੇ ਵਿਗਿਆਨ ਨਾਟਕਾਂ ਦਾ ਸੰਗ੍ਰਹਿ ਚਾਨਣ ਵਰਗਾ ਸੱਚ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਸਰਬਜੀਤ ਸਿੰਘ ਚੇਅਰਮੈਨ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਫਿਲਮੀ ਅਦਾਕਾਰ ਸੋਨਪ੍ਰੀਤ ਜਵੰਦਾ ਅਤੇ ਵਨਿੰਦਰ ਵਨੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਫੈਸਟੀਵਲ ਦੀ ਆਪਣੀ ਟੀਮ ਲੈ ਕੇ ਗਿਆ ਸੀ ਡਰਾਮਾ ਦੇ ਵਿੱਚ, ਤੇ ਬਾਈ ਜੀ ਹੋਰੀ ਐਸਡੀ ਕਾਲਜ ਤੋਂ ਟੀਮ ਲੈ ਕੇ ਆਏ ਸੀ। ਬਾਈ ਦਾ ਡਰਾਮਾ ਫਸਟ ਆਇਆ ਸੀ ਤੇ ਸਾਡਾ ਥਰਡ ਆਇਆ ਸੀ। ਮੈਂ ਬਾਈ ਨੂੰ ਕਿਹਾ, ਮੈਂ ਕਿਹਾ ਬਾਈ ਜੀ ਬਹੁਤ ਵਧੀਆ ਡਰਾਮਾ ਤੁਹਾਡਾ, ਮੁਬਾਰਕਾਂ। ਤੇ ਕਹਿੰਦਾ ਸੌਂਹ ਖਾ ਓਏ। ਮੈਂ ਕਿਹਾ ਵੀਰੇ ਸੌਂਹ ਖਾ ਨਾ, ਬਹੁਤ ਵਧੀਆ। ਤੇ ਬਾਈ ਦਾ ਫਸਟ ਆਇਆ ਡਰਾਮਾ, ਤੇ ਕਹਿੰਦਾ ਬਾਈ ਮਾਫ ਕਰੀ, ਤੇਰਾ ਦੇਖ ਨਹੀਂ ਸਕਿਆ। ਮੈਂ ਕਿਹਾ ਕੋਈ ਗੱਲ ਨਹੀਂ, ਹੁਣ ਸੰਬੰਧ ਫੈਸਟੀਵਲ ਆਉਣਾ, ਉੱਥੇ ਦੇਖ ਲਈ। ਤੇ ਬਾਈ ਨੇ ਮੇਰਾ ਡਰਾਮਾ ਦੇਖਿਆ ਤੇ ਕਹਿੰਦਾ ਬਾਈ ਪੱਟ ਕੱਟਦੇ ਹੋਏ ਧੂੜ ਕੱਢਦੀ। ਮੈਂ ਕਿਹਾ ਸੌਂਹ ਖਾ ਓਏ। ਕਹਿੰਦਾ ਆ ਯਾਰ ਸੌਂਹ ਖਾਂਦਾ। ਤੇ ਬਹੁਤ ਹੀ ਖੁਸ਼ਨੁਮਾ, ਖੁਸ਼ ਮਿਜਾਜ ਇਨਸਾਨ। ਬਾਈ ਸਾਡਾ ਭੋਲਾ ਵੀ ਬਹੁਤ ਹੈ। ਨੈਕਸਟ ਈਅਰ ਮੈਂ ਫੇਰ ਬਾਈ ਦਾ ਡਰਾਮਾ ਦੇਖਿਆ, ਉਦੋਂ ਮੈਂ ਪਾਰਟਿਸਿਪੇਟ ਨਹੀਂ ਕੀਤਾ ਸੀ, ਤੇ ਉਸ ਨੂੰ ਕਹੀਂ ਨਾਟਕ 'ਚ ਬਾਈ ਨੇ ਮੇਨ ਕਰੈਕਟਰ ਕੀਤਾ ਸੀ, ਤੇ ਬਹੁਤ ਵਧੀਆ ਪਰਫਾਰਮੈਂਸ ਸੀ। ਬਾਈ ਦਾ ਡਰਾਮਾ ਸੈਕਿੰਡ ਆਇਆ ਸੀ, ਪਰ ਡਰਾਮੇ ਤੋਂ ਪਹਿਲਾਂ ਮੈਂ ਕਿਹਾ ਬਾਈ ਹੁਣ ਤੂੰ ਧੂੜ ਕੱਢਦੀ ਤੇ ਤੇਰਾ ਬੈਸਟ ਐਕਟਰ ਪੱਕਾ। ਫਿਰ ਕਹਿੰਦਾ ਸੌਂਹ ਖਾ ਓਏ। ਮੈਂ ਕਿਹਾ ਵੀਰੇ ਸੌਂਹ ਤਾਂ ਮੈਂ ਖਾਂਦਾ ਨਹੀਂ, ਬਟ ਵੀ ਪੱਕਾ ਹੈ। ਰਿਜ਼ਲਟ ਆਇਆ, ਚਲੋ ਡਰਾਮਾ ਬਾਈ ਦਾ ਸੈਕਿੰਡ ਆਇਆ, ਪਰ ਬੈਸਟ ਐਕਟਰ ਆ ਨਹੀਂ ਸਕੇ। ਬਾਈ ਮੇਰੇ ਵੱਲ ਹੀ ਦੇਖੀ ਗਿਆ ਵੀ ਕਿੱਥੇ ਗਿਆ ਉਹ। ਤੋ ਫਿਰ ਬਾਈ ਕੋਲ ਤਰਕ ਇੰਨੇ, ਲੌਜਿਕ ਇੰਨੇ ਵਧੀਆ ਸੀ ਡਰਾਮਿਆਂ ਦੇ ਰਿਗਾਰਡਿੰਗ, ਵੀ ਆਹ ਡਰਾਮਾ ਤਾਂ ਯਾਰ ਐਂ ਹੋਣਾ ਚਾਹੀਦਾ ਸੀ, ਉੱਥੇ ਇਹ ਹੋਣਾ ਚਾਹੀਦਾ ਸੀ, ਇਹ ਚਾਹ ਕਿਵੇਂ ਸੀ, ਇਹ ਚਾਹ ਬਾਖੂਬੀਆਂ ਸੀ। ਸੋ ਮੈਂ ਉਦੋਂ ਹੀ ਅੰਦਾਜ਼ਾ ਲਾਇਆ ਸੀ, ਬਾਈ ਨੂੰ ਕਿਹਾ ਸੀ, ਮੈਂ ਕਿਹਾ ਇੱਕ ਦਿਨ ਰਾਈਟਰ ਜ਼ਰੂਰ ਬਣੇਗਾ। ਤੇ ਕੁਦਰਤੀ 3-4 ਸਾਲ ਬਾਅਦ ਬਾਈ ਦੀ ਕਿਤਾਬ, ਪਹਿਲੀ ਕਿਤਾਬ, ਮੈਨੂੰ ਬਾਈ ਦਾ ਫੋਨ ਆਇਆ, ਕਹਿੰਦਾ ਕਿਵੇਂ ਆ ਬਾਈ? ਮੈਂ ਕਿਹਾ ਵਧੀਆ ਜੀ। ਬਾਜ ਬੋਲਦਾ ਬਾਈ ਦਾ, ਹੁਣ ਬੋਲ ਪਾ ਰਿਹਾ। ਮੈਂ ਕਿਹਾ ਹਾਂਜੀ ਵੀਰੇ ਬਾਜ ਕੌਣ? ਕਹਿੰਦਾ ਬਾਈ ਐਸਡੀ ਕਾਲਜ 'ਚ ਜਿਹੜਾ ਅਮਲੀ ਬਣਿਆ ਸੀ। ਮੈਂ ਕਿਹਾ ਅੱਛਾ ਬਾਈ ਕਿੱਦਾਂ? ਕਹਿੰਦਾ ਯਾਰ ਮੇਰੀ ਕਿਤਾਬ ਰਿਲੀਜ਼ ਹੋ ਰਹੀ ਹੈ ਤੇ ਜ਼ਰੂਰ ਆਉਣਾ ਹੈ। ਤੇ ਫਿਰ ਮੈਨੂੰ ਕਿਹਾ, ਮੈਂ ਕਿਹਾ ਸੱਚੀ ਸੌਂਹ ਖਾ ਓਏ। ਤੇ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ, ਸਾਰਿਆਂ ਨੂੰ ਬਹੁਤ ਬਹੁਤ, ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ। ਤੇ ਬਾਈ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਇੱਕ ਡਰਾਮਾ ਜ਼ਰੂਰ ਲਿਖੇ ਜਿਸ ਦਾ ਟਾਈਟਲ ਹੋਣਾ ਚਾਹੀਦਾ ਸੌਂਹ ਖਾ ਓਏ। ਤੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਸ਼ਾਇਦ ਕਿਤਾਬ ਬਾਰੇ ਨਾ ਬੋਲ ਸਕਾਂ, ਪਰ ਇੱਥੇ ਜੋ ਚਰਚਾ ਹੋਈ ਹੈ ਉਹਦੇ 'ਚੋਂ ਥੋੜ੍ਹੀ ਜਿਹੀ ਗੱਲਬਾਤ ਮੈਂ ਕਰਨਾ ਚਾਹਾਂਗੀ। ਕਿ ਇੱਕ ਤਾਂ ਜੋ ਵਿਗਿਆਨਕ ਨਾਟਕ ਨੇ, ਇਹਦੇ ਲਈ ਇਹਨਾਂ ਨੂੰ ਵਿਗਿਆਨਕ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ, ਇਹ ਵੱਖਰਾ ਮੁੱਦਾ ਆ। ਪਹਿਲੀ ਗੱਲ ਤਾਂ ਮੈਂ ਤੇਜਿੰਦਰ ਬਾਜ ਹੋਰਾਂ ਨੂੰ ਵਧਾਈ ਦਿੰਦੀ ਹਾਂ ਕਿ ਇਹ ਹਿਆਂ ਕੀਤਾ ਕਿ ਜਿਹੜੇ ਵਿਗਿਆਨ ਦੇ ਅਧਿਆਪਕ ਨੇ, ਜੋ ਸਾਇੰਸ ਪੜ੍ਹਾਉਂਦੇ ਨੇ ਸਕੂਲਾਂ 'ਚ ਬੱਚਿਆਂ ਨੂੰ, ਮੇਰਾ ਖਿਆਲ ਹੈ ਇਹੋ ਜਿਹੇ ਨਾਟਕਾਂ ਨਾਲ ਉਹਨਾਂ ਨੂੰ ਵਿਗਿਆਨਕ ਮਾਈਂਡ ਸੈੱਟ ਉਹਨਾਂ ਦਾ ਬਣਦਾ, ਅਤੇ ਉਹਨਾਂ ਨੂੰ ਜਾਗ ਲੱਗਦੀ ਹੈ ਕਿ ਅਸੀਂ ਚੀਜ਼ਾਂ ਨੂੰ ਵਿਗਿਆਨਕ ਤੌਰ 'ਤੇ ਕਿਵੇਂ ਸੋਚਣਾ ਹੈ। ਮੇਰਾ ਖਿਆਲ ਹੈ ਇਹ ਵਿਗਿਆਨਕ, ਭਾਵੇਂ ਕਹਿ ਲਓ ਇਹਨਾਂ ਨਾਟਕਾਂ ਨੂੰ, ਭਾਵੇਂ ਅਸੀਂ ਤਰਕ ਆਧਾਰਿਤ, ਕਿ ਉਹ ਰੀਜ਼ਨਿੰਗ ਕਰਨੀ ਸਿੱਖ ਜਾਣ ਬੱਚੇ। ਮੇਰੇ ਇੱਕ ਫੁੱਫੜ ਜੀ ਮੇਰੇ ਸਹੁਰਿਆਂ ਵਾਲੇ ਪਾਸਿਓਂ ਪ੍ਰੋਫੈਸਰ ਜੈਪਾਲ ਸਿੰਘ ਫਿਜ਼ਿਕਸ ਪੜ੍ਹਾਉਂਦੇ ਸਨ ਲੁਧਿਆਣੇ ਦੇ ਕਾਲਜ ਵਿੱਚ, ਅਤੇ ਮੈਂ ਉਹਨਾਂ ਨੂੰ ਵਾਰ-ਵਾਰ ਇਹੀ ਕਹਿੰਦੀ ਹਾਂ, ਇਹੀ ਗੱਲ ਮੈਂ ਤੇਜਿੰਦਰ ਹੋਰਾਂ ਨੂੰ ਵੀ ਬੇਨਤੀ ਕਰਾਂਗੀ ਕਿ ਜੇ ਕਿਤੇ ਆਮ ਜ਼ਿੰਦਗੀ ਵਿੱਚ ਸਾਇੰਸ ਕਿੱਥੇ ਕਿੱਥੇ ਕਿਵੇਂ ਲਾਗੂ ਹੁੰਦੀ ਹੈ, ਜਾਂ ਵਰਕ ਫੋਰਸ ਕਿਵੇਂ E=mc², ਜਾਂ ਜੋ ਵੀ, ਕਿ ਉਹ ਜ਼ਿੰਦਗੀ ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹ ਲੈਂਦੇ ਹਾਂ ਕਿ ਮੈਥ ਦੀ ਸਾਡੀ ਜ਼ਿੰਦਗੀ 'ਚ ਕੋਈ ਕਿਉਂ ਪੜ੍ਹਾਉਂਦੇ ਨੇ ਸਾਨੂੰ, ਐਡੇ ਔਖੇ ਫਾਰਮੂਲੇ ਨੇ, ਥਿਊਰਮਾਂ ਨੇ, ਇੰਨਾ ਕੁਛ ਹੈ। ਅਤੇ ਮੈਨੂੰ ਲੱਗਦਾ ਇੱਕ ਵਿਗਿਆਨ ਦਾ ਅਧਿਆਪਕ ਇਹ ਉਹਨਾਂ ਨੂੰ ਸਮਝਾ ਸਕਦਾ ਕਿ ਇਹ ਸਾਰੀਆਂ ਚੀਜ਼ਾਂ ਸਾਡੇ ਜ਼ਿੰਦਗੀ 'ਚ, ਲੋਗਰਿਥਮ ਵਗੈਰਾ ਆਮ ਜ਼ਿੰਦਗੀ 'ਚ ਕਿਵੇਂ ਲਾਗੂ ਹੁੰਦਾ ਹੈ। ਹਾਂ, ਅਤੇ ਮੈਂ ਆਪਣੇ ਫੁੱਫੜ ਜੀ ਨੂੰ ਕਹਿ ਰਹੀ ਸੀ ਕਿ ਫੁੱਫੜ ਜੀ ਰਲ ਕੇ ਲਿਖ ਲਈਏ ਕਿਤਾਬ, ਕਿੱਥੇ ਫੋਰਸ, ਕਿੰਨੀ ਫੋਰਸ ਲੱਗ ਕੇ ਕਿੰਨਾ ਕੰਮ ਹੁੰਦਾ ਹੈ, ਜਾਂ ਜਿੰਨੇ ਵੀ ਹੋਰ ਆਮ ਜ਼ਿੰਦਗੀ ਵਿੱਚ ਸਾਡੇ ਆਮ ਕੰਮਾਂ ਕਾਰਾਂ ਵਿੱਚ, ਖੇਤੀ ਤੋਂ ਲੈ ਕੇ ਹੋਰ ਘਰ ਦੇ ਸਾਰੇ ਕੰਮਾਂ ਵਿੱਚ ਵਿਗਿਆਨ ਲਾਗੂ ਹੁੰਦਾ ਹੈ। ਅਤੇ ਮੇਰਾ ਖਿਆਲ ਹੈ ਇਹਦੇ 'ਤੇ ਇੱਕ ਸਾਇੰਸ ਅਧਿਆਪਕ ਹੀ ਬੱਚਿਆਂ ਨੂੰ ਵਧੀਆ ਚਾਨਣਾ ਪਾ ਸਕਦਾ, ਅਤੇ ਉਹਨਾਂ ਨੂੰ ਜਿਹੜਾ ਇੱਕ ਧਰਮ, ਇੱਕ ਅਕੀਦਾ ਹੁੰਦਾ, ਧਰਮ ਦਾ ਜਿਹੜਾ ਇੱਕ ਅੰਧ ਵਿਸ਼ਵਾਸੀ ਪਹਿਲੂ ਹੁੰਦਾ, ਅੰਨਾ ਕਰ ਦਿੰਦਾ ਜਿਹੜਾ ਬੰਦੇ ਨੂੰ। ਜਿਸ ਤਰ੍ਹਾਂ ਸਾਡੇ ਮੁਲਕ ਦੀ ਹੁਣ ਦਸ਼ਾ ਹੋਈ ਹੈ, ਸੌਰੀ ਮੈਂ ਬਿਨਾਂ ਪੋਲੀਟੀਕਲ ਹੋਇਆ ਨਹੀਂ ਰਹਿ ਸਕਾਂਗੀ, ਜਿਸ ਤਰ੍ਹਾਂ ਦੀ ਦਸ਼ਾ, ਆਮ ਲੋਕਾਂ ਦਾ ਕੀ ਜਲੂਸ ਕੱਢ ਦੇਣਗੇ, ਬੇਰੁਜ਼ਗਾਰੀ ਵਧਾ ਦੇਣਗੇ, ਉਹਦਾ ਜ਼ਿਕਰ ਕੀਤੇ ਬਿਨਾਂ ਉਹਨਾਂ ਨੂੰ ਜ਼ਰੂਰੀ ਨਹੀਂ ਲੱਗੇ ਸੜਕਾਂ 'ਤੇ ਉਤਰੇ ਕਿਸਾਨ, ਪਰ ਦਿੱਲੀ 'ਚ ਧੂੰਆਂ ਪਹੁੰਚ ਗਿਆ, ਇਹ ਮੀਡੀਆ ਨੇ ਨਾਲ ਦੀ ਨਾਲ ਗੱਲ ਚੁੱਕ ਲਈ। ਸੋ ਇਹ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਕਿਸਾਨ ਖਲਨਾਇਕ ਜਾਂ ਆਮ ਕਿਰਤੀ ਮਨੁੱਖ ਖਲਨਾਇਕ ਨਾ ਬਣ ਜੇ।
ਤੇ ਜਿਹੜੀ ਤੁਸੀਂ ਪੋਸ਼ਣ ਵਾਲੀ ਗੱਲ ਕਰ ਰਹੇ ਹੋ, ਪੋਸ਼ਣ ਦੀ ਇੱਕ ਜਨਰਲ ਅਵੇਅਰਨੈਸ ਇਹ ਪੈਦਾ ਕਰਨ ਵਾਲੀ ਗੱਲ ਹੈ ਕਿ ਸਾਡੇ ਆਲੇ ਦੁਆਲੇ ਕੀ ਅਵੇਲੇਬਲ ਹੈ, ਚੜਾਈ ਤੋਂ ਲੈ ਕੇ ਜਿਵੇਂ ਨਿੱਕੀਆਂ ਚੀਜ਼ਾਂ ਨੇ, ਚਿੱਬੜ ਹੈ, ਚੜਾਈ ਹੈ, ਜਾਂ ਅਸੀਂ ਆਪਦੇ ਘਰਾਂ 'ਚ ਜਿਵੇਂ ਲੋਕਾਂ ਨੇ ਘਰ ਪੱਕੇ ਕਰ ਲਏ, ਜਿਵੇਂ ਕੰਕਰੀਟ ਚਿੱਟਾ ਪੱਥਰ ਮਾਰਬਲ ਥੱਪ ਲਿਆ ਤੇ ਆਪਣੀਆਂ ਇੱਕ ਤਰ੍ਹਾਂ ਦੀਆਂ ਕਬਰਾਂ ਬਣਾ ਲਈਆਂ ਲੋਕਾਂ ਨੇ। ਇਹ ਸੁਚੇਤਤਾ ਪੈਦਾ ਕਰਨ ਦੀ ਲੋੜ ਹੈ ਕਿ ਇੱਕ ਧਿਆਨ ਜ਼ਰੂਰ ਰੱਖਣਾ ਕਿ ਕੋਈ ਲੋਕ, ਸਧਾਰਨ ਕਿਰਤੀ ਲੋਕ ਖਲਨਾਇਕ ਨਾ ਬਣ ਜਾਣ ਉਹਦੇ ਵਿੱਚ। ਇੱਕੋ ਸਮੇਂ ਖੇਡੇ ਜਾ ਸਕਦੇ ਆ ਔਰ ਇੱਕੋ ਸਮੇਂ ਇਹ ਬਹੁਤ ਹੰਢੇ ਹੋਏ ਕਲਾਕਾਰਾਂ ਵੱਲੋਂ ਵੀ ਖੇਡੇ ਜਾ ਸਕਦੇ, ਜਿਵੇਂ ਬਨਿੰਦਰ ਵਰਗੇ ਕਲਾਕਾਰ ਇੱਥੇ ਬੈਠੇ ਆ। ਸੋ ਇਸ ਕਰਕੇ ਇਹਨਾਂ ਨਾਟਕਾਂ ਨੂੰ ਇੱਕ ਤਾਂ ਇਸ ਰੂਪ ਦੇ ਵਿੱਚ ਮੈਂ ਦੇਖ ਰਿਹਾ ਸੀ, ਕਿਉਂਕਿ ਪੰਜਾਬੀ ਦੇ ਵਿੱਚ ਬੜਾ ਸਾਰਾ ਬਾਲ ਸਾਹਿਤ ਮਿਲਦਾ, ਔਰ ਪੰਜਾਬੀ ਦਾ ਜਿਹੜਾ ਬਾਲ ਸਾਹਿਤ ਆ, ਜੇ ਕੋਈ ਦੋਸਤ ਲਿਖਦਾ ਵੀ ਹੋਇਆ ਮੇਰੀ ਗੱਲ ਦਾ ਗੁੱਸਾ ਨਾ ਕਰੇ, ਸਾਡੇ ਕੋਲੇ ਬਾਲ ਸਾਹਿਤ ਘੱਟ ਆ, ਬਚਕਾਨਾ ਸਾਹਿਤ ਵੱਧ ਆ। ਬਚਕਾਨਾ ਤੁਸੀਂ ਜਿੰਨੀਆਂ ਕਿਤਾਬਾਂ ਪੜ੍ਹੋਗੇ ਬਾਲ ਸਾਹਿਤ ਦੀਆਂ, ਤਾਂ ਉਹ ਵੀ ਕਾਂ ਕੀ ਆ, ਤੋਤਾ ਕੀ ਆ, ਚਿੜੀ ਕੀ ਆ, ਇਸ ਦੇ ਇਰਦ ਗਿਰਦ ਘੁੰਮੀ ਜਾਂਦਾ, ਦੇਖ ਲਓ ਸਾਰੇ ਦਾ ਸਾਰਾ ਚੱਕ ਕੇ। ਉਸ ਤੋਂ ਆਰ ਪਾਰ ਜਾ ਹੀ ਨਹੀਂ ਰਿਹਾ। ਉਹਨਾਂ ਨੇ ਸਮਝ ਲਿਆ ਕਿ ਬੱਚਿਆਂ ਨੂੰ ਆਲੇ ਦੁਆਲੇ ਜਾਨਵਰਾਂ ਬਾਰੇ ਹੀ ਦੱਸਣਾ, ਹੋਰ ਕੁਝ ਨਹੀਂ ਦੱਸਣਾ ਹੈ। ਵਿਗਿਆਨਕ ਸੂਝ, ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ, ਉਹਨਾਂ ਦਾ ਬਚਪਨਾ ਕੀ ਆ, ਇਹਨਾਂ ਗੱਲਾਂ ਬਾਰੇ ਬਹੁਤ ਘੱਟ ਤੁਹਾਡੇ ਕੋਲੇ ਜਿਹੜਾ ਬਾਲ ਸਾਹਿਤ ਆ ਉਹ ਹੈ। ਇਹਨਾਂ ਨਾਟਕਾਂ ਦੇ ਵਿੱਚ ਮੈਨੂੰ ਲੱਗਿਆ ਕਿ ਜਿਹੜੇ ਬਾਲ ਸਕੂਲ 'ਚ ਪੜ੍ਹਦੇ ਆ, ਸਕੂਲ 'ਚੋਂ ਗੱਲਾਂ ਸਿੱਖਦੇ ਆ, ਉਹ ਸਕੂਲ ਦੀਆਂ ਗੱਲਾਂ ਨੂੰ, ਸਿੱਖਿਆ ਦੀਆਂ ਗੱਲਾਂ ਨੂੰ ਸਮਾਜ ਦੇ ਨਾਲ ਕੋਰਿਲੇਟ ਕਰਨਾ ਚਾਹੁੰਦੇ ਆ, ਜਦੋਂ ਕਿ ਸਾਡੀ ਸਿੱਖਿਆ, ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਦਾ ਜਿਹੜਾ ਵਰਤਾਰਾ, ਉਸ ਦਾ ਸਾਡੇ ਸਮਾਜ ਨਾਲ ਸੰਬੰਧ ਕੋਈ ਨਹੀਂ, ਬਿਲਕੁਲ ਨਹੀਂ ਬੈਠਦਾ। ਬਹੁਤੀ ਵਾਰ ਸਾਡੀ ਐਜੂਕੇਸ਼ਨ ਆ ਜਿਹੜੀ, ਉਹ ਜੌਬ ਓਰੀਐਂਟਡ ਆ, ਵੀ ਸਾਨੂੰ ਨੌਕਰੀ ਮਿਲ ਗਈ ਤਾਂ ਠੀਕ ਆ, ਉਹ ਸਫਲ ਆ। ਜਿਹਨੂੰ ਨੌਕਰੀ ਨਹੀਂ ਮਿਲੀ, ਉਹਦੀ ਸਾਰੀ ਦੀ ਸਾਰੀ ਸਿੱਖਿਆ ਵੀ ਇਸੇ ਕਿਸਮ ਦੀ ਹੈ। ਸੋ ਸਿੱਖਿਆ ਸਿਰਫ ਨੌਕਰੀ ਲਈ ਨਹੀਂ ਹੈ, ਸਿੱਖਿਆ ਮਨੁੱਖੀ ਤੇ ਮਾਨਵੀ ਜੀਵਨ ਦੇ ਅੰਦਰ ਕਿਸ ਕਿਸਮ ਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ, ਉਹ ਮੈਨੂੰ ਇਹਨਾਂ ਨਾਟਕਾਂ ਦੇ ਵਿੱਚੋਂ ਦਿਖਾਈ ਦਿੱਤਾ। ਇਹਨਾਂ ਨਾਟਕਾਂ ਦੇ ਵਿੱਚ ਕਮੀਆਂ ਪੇਸ਼ੀਆਂ ਹੋ ਸਕਦੀਆਂ ਨੇ, ਉਹ ਆਉਣ ਵਾਲੇ ਸਮੇਂ 'ਚ ਅਭਿਆਸ ਦੇ ਰਾਹੀਂ ਬਾਅਦ ਹੋਰ ਬਿਹਤਰ ਰੂਪ 'ਚ ਸਿੱਖ ਸਕਦਾ। ਇਸ ਕਰਕੇ ਮੈਨੂੰ ਇਹਨਾਂ ਨਾਟਕਾਂ ਦਾ ਇਹ ਮਹੱਤਵ ਆ ਜਿਹੜਾ, ਇਹ ਸਭ ਤੋਂ ਵੱਧ ਲੱਗਿਆ ਕਿ ਕਿਸ ਤਰ੍ਹਾਂ ਨਾਲ ਬੱਚਿਆਂ ਦੀ ਜਿਹੜੀ ਥਿੰਕਿੰਗ ਆ ਉਹ ਸਾਇੰਟੀਫਿਕ ਬਣਦੀ ਆ, ਤੇ ਉਹ ਮਾਂ-ਬਾਪ ਨੂੰ ਵੀ ਸਮਝਾ ਰਹੇ ਆ, ਉਹ ਸਮਾਜ ਨੂੰ ਵੀ ਸਮਝਾ ਰਿਹਾ। ਅਦਰਵਾਈਜ਼ ਇਹਦੇ 'ਚ ਇੱਕ ਨਾਟਕ ਦੇ ਵਿੱਚ ਨਿਊਟਨ ਵਰਗਾ ਪਾਤਰ ਆ, ਵਿਨਾਸ਼ ਨਾਟਕ ਆ, ਸ਼ਾਇਦ ਉਹ ਆਖਰੀ ਨਾਟਕ ਆ। ਹੁਣ ਉਹ ਕਿੱਡਾ ਸਿਆਣਾ, MSc ਕੀਤੀ ਹੋਈ ਆ, ਉਹ ਬਾਰ-ਬਾਰ ਦੱਸ ਰਿਹਾ ਵੀ ਆਹ ਨਹੀਂ ਕਰਨਾ ਚਾਹੀਦਾ, ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ, ਦਰਖਤ ਨਹੀਂ ਕੱਟਣੇ ਚਾਹੀਦੇ। ਉਹਦੇ ਨਾਲ ਲੋਕ ਲੜ ਰਹੇ ਆ। ਲੜ ਇਸ ਲਈ ਰਹੇ ਆ ਕਿ ਉਹ ਇੰਨਾ ਸਾਇੰਟੀਫਿਕ ਬੰਦਾ, ਉਹਨੂੰ ਸਾਰੇ ਪਾਗਲ ਸਮਝਦੇ ਆ ਪਿੰਡ ਦੇ ਬੰਦੇ। ਲੇਕਿਨ ਬੱਚਿਆਂ ਦੇ ਰਾਹੀਂ ਜਦੋਂ ਅਸੀਂ ਸਮਾਜ ਦੇ ਵਿੱਚ ਇਸ ਕਿਸਮ ਦੇ ਸੁਧਾਰ ਦੀ ਗੱਲ, ਮੈਂ ਕ੍ਰਾਂਤੀ ਤਾਂ ਨਹੀਂ ਕਹਿੰਦਾ ਇਸ ਨੂੰ, ਜਿਹੜੀ ਸੁਧਾਰ ਦੀ ਜਿਹੜੀ ਇੱਕ ਬਰੀਕ ਗੱਲ ਪਈ ਆ, ਉਹ ਇਹਨਾਂ ਨਾਟਕਾਂ ਦਾ ਮਹੱਤਵ ਤੇ ਸਾਰਥਕ ਮੈਨੂੰ ਪ੍ਰਤੀਤ ਹੁੰਦੀ ਆ। ਤੇ ਜਦੋਂ ਹੋਰ ਨਾਟਕਾਂ ਦੀ ਗਹਿਰਾਈ 'ਚ ਉਤਰਾਂਗੇ, ਉਹ ਹੋਰ भी ਉਹਦੀਆਂ बहुत सारियां परतां ने ਜਿਹੜੀਆਂ ਉਹ ਸਾਹਮਣੇ ਆਉਣਗੀਆਂ। खुदा में खेमे से निकल आए सरकार हवा में, कदमों से टहल थे मगर दिल था दुआ में, बोले ए खुदावंद खुश हूँ मैं तेरी रज़ा में, करतार से बोले गोया रूबरू होकर, कल मैं जाऊँगा चमकौर से सुरखरू होकर, कल मैं जाऊँगा चमकौर से सुरखरू होकर। सत्कारयोग हाजरीन, प्रधानगी मंडल डॉक्टर सरजीत सर, मेरे गुरु डिप्टी डायरैक्टर करनजीत सर, डॉक्टर जसवीर सर, मेरे सर जतिंदर सर, सुरिंदर मोहन सर, जिन्हें भी इस हाल च बैठे आ, गुरदीश वीर जी, मनी शर्मा मैडम, लवलीन मैडम, संगीता गुप्ता मैडम, ਜਿਹੜੇ भी ਇੱਥੇ बैठे हो, वो तुसी सारे ही मेरे बहुत ही सत्कारयोग हो। ਜਦੋਂ मैं इस धरती ते 10 मई 2010 ਨੂੰ ਸਮਰਾਲੇ ਤੋਂ ਮੈਂ ਤੇ ਮੇਰੇ ਪਿਤਾ ਕੈਪਟਨ ਮੇਵਾ ਸਿੰਘ ਜੀ ਅਸੀਂ ਬੱਸ ਚੜ੍ਹੇ ਸੀ। ਸਾਨੂੰ ਇਹ ਇਲਾਕਾ ਜਾਣਦਾ ਨਹੀਂ ਸੀ, ਕਿਉਂਕਿ ਮੈਂ ਚੰਡੀਗੜ੍ਹ ਐਸਡੀ ਕਾਲਜ ਪੜ੍ਹਿਆ ਤੇ ਸਾਇੰਸ ਕਾਲਜ ਤੋਂ ਹੁੰਦਾ ਹੋਇਆ ਮੈਂ ਚੰਡੀਗੜ੍ਹ ਪੜ੍ਹਿਆ। ਜਿਨ੍ਹਾਂ ਨੇ ਕਿਤਾਬ ਇਹ ਪੜ੍ਹਨਗੇ ਮੇਰੇ ਸਫ਼ਰ ਬਾਰੇ ਤੁਹਾਨੂੰ ਬਖੂਬੀ ਪਤਾ ਲੱਗ ਜਾਏਗਾ। ਤੇ ਜਦੋਂ ਅਸੀਂ ਝਾੜ ਸਾਹਿਬ ਉਤਰੇ ਸੀ ਆ ਕੇ, ਤਾਂ ਇੱਕ ਬਹੁਤ ਮੈਨੂੰ ਉਹ ਡਾਕਟਰ ਜੋੜਾ ਮੈਨੂੰ ਯਾਦ ਆਉਂਦਾ, ਸਾਨੂੰ ਤੁਰਿਆਂ ਨੂੰ ਉਹ ਗੱਡੀ 'ਚ ਬਿਠਾ ਕੇ ਲੈ ਕੇ ਆਇਆ ਸੀ ਜਦੋਂ ਮੈਂ ਸਰਕਾਰੀ ਹਾਈ ਸਕੂਲ ਬਸੀ ਗੁੱਜਰਾਂ ਦੇ ਵਿੱਚ ਐਜ਼ ਏ ਸਾਇੰਸ ਮਾਸਟਰ ਜੁਆਇਨ ਕਰਿਆ ਸੀ। ਰਮਨ ਬੈਠਾ ਉੱਥੇ, ਮੇਰਾ ਬਹੁਤ ਪਿਆਰਾ ਮਿੱਤਰ ਆ। ਇਹ ਜਿਹੜੀ ਕਿਤਾਬ ਆ ਚਾਨਣਾ ਵਰਗਾ ਸੱਚ, ਇਹ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਤੇਜਿੰਦਰ ਸਿੰਘ ਬਾਜਵਾ ਨੇ ਲਿਖੀ ਆ। ਤੇਜਿੰਦਰ
ਸਿੰਘ ਬਾਜ ਉਹਨਾਂ ਨਾਲ ਮੇਰਾ ਰਾਬਤਾ ਕਾਫੀ ਪੁਰਾਣਾ। ਜਦੋਂ ਇਹ ਪੜ੍ਹਦੇ ਹੁੰਦੇ ਸੀ ਤੇ ਅਸੀਂ ਇਕੱਠੇ ਨਾਟਕ ਵੀ ਕਰਦੇ ਰਹੇ ਹਾਂ ਅਤੇ ਨਾਟਕ ਖੇਡਦੇ ਵੀ ਰਹੇ ਹਾਂ ਅਤੇ ਨਾਟਕ ਕਰਵਾਉਂਦੇ ਵੀ ਰਹੇ ਹਾਂ ਕਾਲਜ ਦੇ ਵਿੱਚ। ਅਤੇ ਬਾਜ ਦੀ ਜਿਹੜੀ ਲਿਖਣ ਦੀ ਜਿਹੜੀ ਉਹਦੀ ਚੇਟਕ ਸੀਗੀ, ਉਹ ਉਸ ਟਾਈਮ 'ਤੇ ਲਿਖਦਾ ਸੀ, ਕਵਿਤਾਵਾਂ ਲਿਖਦਾ ਸੀ, ਪਰ ਨਾਟਕਾਂ ਬਾਰੇ ਉਹਦੀ ਸਮਝ ਬਹੁਤ ਸੀ। ਅਸੀਂ ਡਿਸਕਸ ਕਰਨਾ, ਪਾਤਰਾਂ ਬਾਰੇ ਡਿਸਕਸ ਕਰਨਾ। ਸੋ ਕਾਫੀ ਮੈਨੂੰ ਲੱਗਦਾ ਟਾਈਮ ਬਾਅਦ ਉਹਨੇ ਬੜੀ ਮਿਹਨਤ ਦੇ ਨਾਲ ਇਹ ਕਿਤਾਬ ਲਿਖੀ ਆ, ਚਾਨਣ ਵਰਗਾ ਸੱਚ। ਅਤੇ ਮੈਂ ਕਿਤਾਬ ਪ੍ਰੋਪਰ ਹਜੇ ਪੜ੍ਹੀ ਨਹੀਂ, ਅਤੇ ਪਰ ਜਿਸ ਹਿਸਾਬ ਨਾਲ ਮੈਂ ਬੈਠਕ ਦੇ ਵਿੱਚ, ਮੀਟਿੰਗ ਦੇ ਵਿੱਚ, ਸਮਾਗਮ ਦੇ ਵਿੱਚ ਬੈਠਾ ਇਹ ਚਰਚਾ ਸੁਣ ਰਿਹਾ ਸੀ ਕਿ ਕਿਤਾਬ ਬਾਰੇ, ਜੋ ਨਾਟਕਾਂ ਬਾਰੇ ਗੱਲਾਂ ਹੋ ਰਹੀਆਂ ਸੀ, ਮੇਰਾ ਹੋਰ ਬਹੁਤ ਇੰਟਰਸਟ ਬਣਿਆ ਹੋਇਆ ਇਸ ਕਿਤਾਬ ਬਾਰੇ ਕਿ ਮੈਨੂੰ ਛੇਤੀ ਤੋਂ ਛੇਤੀ ਪੜ੍ਹਾਂ। ਅਤੇ ਜਿੱਦਾਂ ਭਾਈ ਮੰਨਾ ਸਿੰਘ ਨੇ ਨੁੱਕਰ ਨਾਟਕ ਕੀਤੇ ਸੀ ਸਾਰੇ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਵੀ ਇੱਦਾਂ ਦੀ ਦੁਬਾਰਾ ਲੋੜ ਹੈ ਫਿਰ ਹੁਣ? ਬਿਲਕੁਲ ਲੋੜ ਤਾਂ ਹੈ ਚੇਤਨਾ ਜਗਾਉਣ ਦੀ ਆਮ ਲੋਕਾਂ 'ਚ। ਨਾਟਕ ਜਿਹੜਾ ਹੁੰਦਾ ਆ ਉਹ ਇੱਕ ਸਿੱਧਾ ਮਾਧਿਅਮ ਹੁੰਦਾ ਆ ਲੋਕਾਂ ਵਿੱਚ ਆਪਣੀ ਗੱਲ ਕਹਿਣ ਦਾ, ਰੱਖਣ ਦਾ। ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਸਮਾਜ ਵਿੱਚ ਜੋ ਅਣਹੋਈਆਂ ਹੋ ਰਹੀਆਂ ਨੇ, ਜੋ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸਿੱਧਾ ਮਾਧਿਅਮ ਹੁੰਦਾ ਨਾਟਕ। ਤੁਸੀਂ ਲੋਕਾਂ ਦੇ ਵਿੱਚ ਜਾ ਕੇ ਉਹ ਗੱਲਾਂ ਕਰ ਸਕਦੇ ਹੋ, ਉਹ ਵਿਸ਼ੇ ਛੇੜ ਸਕਦੇ ਹੋ ਜਿਹੜੇ ਵਿਸ਼ੇ ਨਹੀਂ ਛੇੜੇ ਜਾਂਦੇ, ਜਾਂ ਲੋਕ ਇੰਨੇ ਬਿਜ਼ੀ ਹੁੰਦੇ ਨੇ ਆਪਣੀ ਲਾਈਫ ਦੇ ਵਿੱਚ ਕਿ ਉਹਨਾਂ ਚੀਜ਼ਾਂ ਬਾਰੇ ਖਿਆਲ ਹੀ ਨਹੀਂ ਕਰਦੇ। ਸੋ ਇਹ ਨਾਟਕ ਛੋਟੇ ਨਾਟਕਾਂ ਰਾਹੀਂ, ਨੁੱਕਰ ਨਾਟਕਾਂ ਰਾਹੀਂ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਆ, ਅਤੇ ਤਾਂ ਜੋ ਸਮਾਜ ਨੂੰ ਸਹੀ ਸੇਧ ਮਿਲ ਸਕੇ। ਚਲੋ ਠੀਕ ਹੈ ਸਰ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਬਾਜ ਨੂੰ ਬਹੁਤ ਮੁਬਾਰਕਾਂ। ਕਿ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਲਿਖਣਾ ਅਤੇ ਪੜ੍ਹਨਾ ਬਹੁਤ ਵੱਡੀ ਗੱਲ ਹੈ, ਅਤੇ ਨਾਟਕ ਲਿਖਣਾ ਉਸ ਤੋਂ ਵੀ ਵੱਡੀ ਗੱਲ ਹੈ। ਅਤੇ ਬਾਜ ਨੇ ਅੱਜ ਕਰ ਦਿਖਾਇਆ, ਇੱਕ ਰਾਈਟਰ ਬਣ ਗਿਆ। ਆਪਣੀ ਪਹਿਲੀ ਕਿਤਾਬ ਨਾਟਕਾਂ ਦੀ ਅੱਜ ਉਹਨੇ ਲਾਂਚ ਕੀਤੀ ਹੈ। ਜਦੋਂ ਕਾਲਜ ਪੜ੍ਹਦੇ ਸੀ ਤਾਂ ਬਾਜ ਨੂੰ ਇੱਕ ਗੱਲ ਕਹੀ ਸੀ ਕਿ ਬਾਜ ਵੀਰੇ, ਤੂੰ ਇੱਕ ਦਿਨ ਜ਼ਰੂਰ ਰਾਈਟਰ ਬਣੇਗਾ, ਕਿਉਂਕਿ ਤੇਰੇ ਕੋਲ ਤਰਕ ਹੈ, ਤੇਰੇ ਕੋਲ ਲੌਜਿਕ ਹੈ। ਅਤੇ ਅੱਜ ਉਹ ਦਿਨ ਆਇਆ, ਅਤੇ ਬਾਜ ਨੂੰ ਬਹੁਤ ਮੁਬਾਰਕਾਂ। ਅਤੇ ਇੱਕ ਸਰ, ਪਹਿਲਾਂ ਕੁਛ ਟਾਈਮ ਪਹਿਲਾਂ ਕਹਿੰਦਾ ਲਾ ਲਓ ਤੁਸੀਂ 10 ਸਾਲ ਪਹਿਲਾਂ ਲਾ ਲਓ, 15 ਸਾਲ ਪਹਿਲਾਂ ਲਾ ਲਓ, ਇੱਕ ਨਾ ਭਾਈ ਮੰਨਾ ਸਿੰਘ ਨੇ ਇੱਕ ਲਹਿਰ ਚਲਾਈ ਸੀ ਸਾਰੇ ਪੰਜਾਬ ਦੇ ਵਿੱਚ। ਹਾਂਜੀ। ਅਤੇ ਜਿਹੜੇ ਨੁੱਕਰ ਨਾਟਕ ਕੀਤੇ ਜਾਂਦੇ ਸੀ ਪਿੰਡਾਂ ਦੇ ਵਿੱਚ, ਹਾਂਜੀ। ਅਤੇ ਉਹ ਹੁਣ ਬਿਲਕੁਲ ਹੀ ਖਤਮ ਹੋ ਗਏ ਨੇ। ਉਹਦੀ ਦੁਬਾਰਾ ਲੋੜ ਤੁਸੀਂ ਮਹਿਸੂਸ ਕਰਦੇ ਹੋ? ਬਿਲਕੁਲ ਜੀ, ਬਿਲਕੁਲ ਬਹੁਤ ਜ਼ਿਆਦਾ ਲੋੜ ਮਹਿਸੂਸ ਹੈ, ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਰੰਗਮੰਚ ਪਤਾ ਹੀ ਨਹੀਂ ਕੀ ਹੁੰਦਾ। ਗੁਰਸ਼ਰਨ ਭਾਜੀ ਨੇ ਇੱਕ ਲਹਿਰ ਚਲਾਈ ਸੀ, ਲੋਕ ਉਹਦੇ ਨਾਲ ਜੁੜੇ। ਖੁਦ ਮੈਂ ਵੀ ਉਹਨਾਂ ਦੇ ਨਾਟਕ ਦੇਖੇ ਅਤੇ ਉਹਨਾਂ ਤੋਂ ਸਿੱਖਿਆ, ਅਤੇ ਮੈਂ ਉਹਨਾਂ ਤੋਂ ਹੀ ਇੰਨਾ ਪ੍ਰੇਰਿਤ ਹੋਇਆ ਕਿ ਮੈਂ ਅੱਜ ਰੰਗਮੰਚ ਖੁਦ ਮੈਂ ਕਰਦਾ ਵੀ ਹਾਂ, ਅਤੇ ਮੇਰੀ ਅੱਗੇ ਟੀਮ ਵੀ ਹੈ। ਸੋ ਅੱਜ ਦੇ ਸਮੇਂ ਨੂੰ ਪਿੰਡਾਂ ਦੇ ਵਿੱਚ ਰੰਗਮੰਚ ਦੀ ਬਹੁਤ ਲੋੜ। ਇੱਕ ਸਰ, ਅੱਜ ਜੋ ਯੂਥ ਆ ਨਸ਼ੇ ਦੇ ਵਿੱਚ ਪੈ ਰਿਹਾ, ਉਹਦੇ ਬਾਰੇ ਕੀ ਕਹਿਣਾ? ਨਾਟਕ ਜੇ ਆਪਾਂ ਕਰਾਇਆ ਜਾਵੇ ਪਿੰਡਾਂ ਦੇ ਵਿੱਚ, ਅਤੇ ਯੂਥ ਨੂੰ ਉਹਦਾ ਅਸਰ ਪਊਗਾ ਕੁਛ? ਹਾਂਜੀ, ਬਿਲਕੁਲ। ਦੇਖੋ, ਮੈਂ ਆਪਣੀ ਐਗਜ਼ਾਮਪਲ ਹੀ ਦਿੰਦਾ ਕਿ ਮੈਂ ਜਦੋਂ ਨਾਟਕ ਕਰਦਾ ਸੀ ਤਾਂ ਇੱਕ ਪਿੰਡ ਦੇ ਵਿੱਚ ਮੈਂ ਨਾਟਕ ਕੀਤਾ। ਉਹ ਨਾਟਕ ਨਸ਼ਿਆਂ 'ਤੇ ਸੀ, ਅਤੇ ਕੁਦਰਤੀ ਮੈਨੂੰ ਹਫ਼ਤੇ ਬਾਅਦ ਮੈਨੂੰ ਫੋਨ ਆਉਂਦਾ, ਕਹਿੰਦਾ ਵੀ ਯਾਰ ਤੁਹਾਡਾ ਨਾਟਕ ਇੰਨਾ ਵਧੀਆ ਸੀ ਕਿ ਮੇਰਾ ਦੋਸਤ ਜਿਹੜਾ ਪ੍ਰਬੰਧਕ ਸੀ, ਉਹਦਾ ਅੱਗੇ ਦੋਸਤ ਸੀ, ਕਹਿੰਦਾ ਵੀ ਉਹਨੇ ਸਾਰਾ ਕੁਝ ਹੀ ਛੱਡਤਾ। ਕਹਿੰਦਾ ਉਹ ਸ਼ਰਾਬ ਪੀਂਦਾ ਜਾਂ ਕੋਈ ਵੀ ਨਸ਼ਾ ਕਰਦਾ, ਕਹਿੰਦਾ ਸਾਰਾ ਕੁਝ ਹੀ ਛੱਡਤਾ। ਇਸ ਕਰਕੇ ਅੱਜ ਦੇ ਯੂਥ ਨੂੰ ਇਹਨਾਂ ਨਾਟਕਾਂ ਦੀ ਲੋੜ ਹੈ, ਕਿਉਂਕਿ ਅੱਜ ਦਾ ਯੂਥ ਬਹੁਤ ਭਟਕਿਆ ਹੋਇਆ, ਅਤੇ ਇਹਨਾਂ ਨਾਟਕਾਂ ਰਾਹੀਂ ਯੂਥ ਜਾਗਰੂਕ ਹੋ ਸਕਦਾ ਹੈ। ਸਾਰੇ ਸਮਾਜ ਨੂੰ ਕੀ ਮੈਸੇਜ ਆ ਤੁਹਾਡਾ? ਮੇਰਾ ਸਾਰੇ ਸਮਾਜ ਨੂੰ ਇਹੀ ਮੈਸੇਜ ਹੈ ਕਿ ਚੰਗੇ ਕੰਮ ਕਰਦੇ ਰਹੋ ਅਤੇ ਲੱਗੇ ਰਹੋ। ਜਿਵੇਂ ਬਾਜ ਹਟਿਆ ਹੀ ਨਹੀਂ, ਲੱਗਿਆ ਰਿਹਾ, ਮਿਹਨਤ ਕਰਦਾ ਰਿਹਾ। ਜੇ ਕੁਛ ਬਣਨਾ, ਚਲਦੀ ਦਾ ਨਾਮ ਗੱਡੀ ਆ, ਚੱਲਦੇ ਰਹਿਣਾ ਚਾਹੀਦਾ, ਕਦੇ ਰੁਕਣਾ ਨਹੀਂ ਚਾਹੀਦਾ। ਇਹੀ ਮੇਰੀ ਸੇਧ ਹੈ, ਅਤੇ ਤੰਦਰੁਸਤ ਰਹੋ, ਹਮੇਸ਼ਾ ਖੁਸ਼ ਰਹੋ। ਸਜਦਾ ਹਵਾਵਾਂ ਵੀ ਕਰਨ ਚਮਕੌਰ ਨੂੰ, ਕੱਚੀ ਗੜੀ ਅੱਗੇ ਤਾਜੇ ਫੁੱਲ ਧਰ ਜਾਂਦੀਆਂ। ਜੇ ਨਾ ਆਵਾਜ਼ ਵੀ ਆਨੰਦਪੁਰੋਂ ਉੱਠਦੀ, ਪਾਣੀਆਂ 'ਚ ਉੱਠੀਆਂ ਤਰੰਗਾਂ ਮਰ ਜਾਂਦੀਆਂ। डेढ़ घड़ी रात गई जिक्र खुदा में, खेमे से निकल आए सरकार हवा में। कदमों से टहलते थे दिल था दवा में, करतार से बोले गोया रूबरू होकर, कल मैं जाऊंगा चमकौर से सुरखरू होकर, कल मैं जाऊंगा मैं चमकौर से सुरखरू होकर। ਇਹ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਜਿਹੜੀ ਮੇਰੀ ਕਰਮ ਭੂਮੀ ਆ, ਕਿਉਂਕਿ ਮੈਂ ਬਸੀ ਗੁਜਰਾਂ ਸਰਕਾਰੀ ਹਾਈ ਸਕੂਲ 'ਚ ਐਜ ਏ ਸਾਇੰਸ ਅਧਿਆਪਕ ਕੰਮ ਕਰਦਾ, ਅਤੇ ਸਰਕਾਰਾਂ ਨੇ ਅੱਜ ਮੈਨੂੰ BM ਬਲਾਕ ਮੈਂਟਰ ਚਮਕੌਰ ਸਾਹਿਬ ਨਿਯੁਕਤ ਕਰਿਆ ਹੋਇਆ। ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਪਣੀ ਵਿਗਿਆਨਕ ਨਾਟਕਾਂ ਦੀ ਪਹਿਲੀ ਕਿਤਾਬ ਚਾਨਣ ਵਰਗਾ ਸੱਚ ਦੀ ਲੋਕ ਅਰਪਣ ਕਰਨ ਦੀ ਘੁੰਡ ਚੁਕਾਈ ਦਾ ਸਮਾਗਮ ਕਰ ਰਿਹਾ ਵਾਂ। ਇਸ ਕਿਤਾਬ ਵਿੱਚ ਚਾਨਣ ਵਰਗਾ ਸੱਚ, ਮਿੱਟੀ ਦੀ ਪੁਕਾਰ, ਜਿੱਥੇ ਸਫਾਈ ਉੱਥੇ ਖੁਦਾਈ, ਆਓ ਕੁਛ ਸੋਚੀਏ ਵਿਨਾਸ਼,
5 ਨਾਟਕ ਇਹਦੇ ਵਿੱਚ ਅੰਕਿਤ ਆ ਮੇਰੀ ਕਿਤਾਬ ਦੇ ਵਿੱਚ। ਇਹ ਸਾਇੰਸ ਦੇ ਅਲੱਗ-ਅਲੱਗ ਵਿਸ਼ੇ ਲਏ ਗਏ ਆ, ਜਿਵੇਂ ਫੂਡ ਸਿਕਿਉਰਿਟੀ ਐਂਡ ਨਿਊਟ੍ਰੀਸ਼ਨ, ਭੋਜਨ ਸੁਰੱਖਿਆ ਤੇ ਪੋਸ਼ਣ ਤੇ ਮੈਂ ਚਾਨਣ ਵਰਗਾ ਸੱਚ ਨਾਟਕ ਲਿਖਿਆ, ਜਿਸ ਨੂੰ ਸਟੇਟ ਪੱਧਰ ਤੇ 11 ਨਵੰਬਰ 2016 ਨੂੰ ਸਵਾਲਿਕ ਪਬਲਿਕ ਸਕੂਲ ਨਵਾਂ ਸ਼ਹਿਰ ਦੇ ਵਿੱਚ ਬੈਸਟ ਸਕ੍ਰਿਪਟ ਵਜੋਂ ਇਹਨੂੰ ਮਾਣ ਮਿਲ ਚੁੱਕਿਆ 22 ਜ਼ਿਲ੍ਹਿਆਂ ਦੇ ਵਿੱਚੋਂ। ਇਵੇਂ ਹੀ ਮੇਰਾ ਨਾਟਕ ਹੈ ਇੱਕ ਜੈਵਿਕ ਵਿਭਿੰਨਤਾ ਤੇ ਆਓ ਕੁਝ ਸੋਚੀਏ, ਖਤਮ ਹੋ ਰਹੇ ਜਿਹੜੇ ਜੀਵ ਜੰਤੂ ਤੇ ਪੌਦੇ, ਉਹਨਾਂ ਤੇ ਮੈਂ ਨਾਟਕ ਲਿਖਿਆ ਸੀ। ਇਹ ਨਾਟਕ ਸਰਕਾਰੀ ਕਾਲਜ ਸਾਇੰਸ ਕਾਲਜ ਜਗਰਾਵਾਂ ਦੀ ਸਰ ਜ਼ਮੀਨ ਤੇ ਇਹ ਨਾਟਕ ਖੇਡਿਆ ਗਿਆ ਸੀ, ਜਿਹੜਾ ਨਾਟਕ ਸਾਇੰਸ ਫਿਆਸਟਾ ਇੱਕ ਸੈਂਟਰ ਦਾ ਅਦਾਰਾ ਵਾ, ਉਹਨਾਂ ਨੇ ਕਰਾਇਆ ਸੀ, ਜਿਹਦੇ ਵਿੱਚੋਂ ਇਹ 15 ਨਾਟਕ ਟੀਮਾਂ ਦੇ ਵਿੱਚੋਂ ਮੇਰਾ ਲਿਖਿਆ ਨਾਟਕ ਪਹਿਲੇ ਨੰਬਰ ਤੇ ਰਿਹਾ ਸੀ। ਇਸ ਕਰਕੇ ਇਹ ਜਿਹੜੀਆਂ ਮੈਨੂੰ ਮਾਣ ਪ੍ਰਾਪਤ ਹੋਇਆ, ਇਹਨਾਂ ਦੇ ਜ਼ਰੀਏ ਮੈਨੂੰ ਸੋਚ ਹੋਈ ਕਿ ਮੈਂ ਇੱਕ ਵਿਗਿਆਨਕ ਨਾਟਕਾਂ ਦੀ ਕਿਤਾਬ ਕਰਾਂ, ਤਾਂ ਜੋ ਮੈਂ ਆਪਣੀ ਮਾਤਰ ਭਾਸ਼ਾ ਪੰਜਾਬੀ ਦੇ ਵਿੱਚ ਇਹਨੂੰ ਆਪਦੇ ਜਿਹੜੇ ਔਖੇ ਸਾਇੰਸ ਦੇ ਸ਼ਬਦਾਂ ਜਾਂ ਸਾਇੰਸ ਦੀਆਂ ਥਿਊਰੀਆਂ ਨੇ, ਉਹਨਾਂ ਨੂੰ ਮੈਂ ਆਪਦੀ ਮਾਤਰ ਭਾਸ਼ਾ 'ਚ ਲਿਆ ਕੇ ਸਾਡੇ ਪਿੰਡਾਂ ਤੱਕ, ਜਿਹੜੇ ਸਾਡੇ ਪਿੰਡਾਂ ਦੇ ਜਿਹੜੇ ਸਿੱਧ ਪੱਧਰੇ ਪਾਤਰ, ਉਹਨਾਂ ਨੂੰ ਸਿਰਜ ਕੇ ਆਪਣੀ ਗੱਲ ਨੂੰ ਮੈਂ ਸਾਰਥਕ ਤਰੀਕੇ ਨਾਲ ਪਹੁੰਚਾਉਣ ਵਿੱਚ ਮੈਂ ਕਾਮਯਾਬ ਹੋਇਆ। ਕਿਉਂਕਿ ਮੇਰੇ ਨਾਟਕ ਆ ਜਿਹੜੇ ਮੇਰੇ ਆਪਣੇ ਸਕੂਲ ਦੇ ਬੱਚਿਆਂ ਨੇ ਖੇਡਿਆ, ਮੈਂ ਉਹਨਾਂ ਨੂੰ ਇਸ ਕਿਤਾਬ ਦੇ ਲਈ ਮੈਂ ਉਹਨਾਂ ਨੂੰ ਮੁੱਖ ਧੁਰਾ ਮੰਨਦਾ ਵੀ ਬੱਚਿਆਂ ਕਰਕੇ ਇਹ ਕਿਤਾਬ ਆ ਜਿਹੜੀ ਇਹ ਹੋਂਦ ਚਾਹੀ ਹੈ। ਮੈਂ ਉਹਨਾਂ ਦਾ ਇਹ ਧੰਨਵਾਦ ਕਰਦਾ, ਮੇਰੇ ਬੱਚੇ ਜੇ ਨਾ ਹੁੰਦੇ, ਮੇਰੇ ਨਾਟਕ ਨਾ ਹੁੰਦੇ, ਕਿਉਂਕਿ ਉਹਨਾਂ ਦੇ ਜ਼ਰੀਏ ਮੈਂ ਇਹਨਾਂ ਨੂੰ ਰੰਗਮੰਚ ਤੇ ਪੇਸ਼ ਕਰ ਸਕਿਆ ਵਾਂ। ਮੈਂ ਹੁਣ ਅੱਗੇ ਵੀ ਜੇ ਇਹ ਵਿਗਿਆਨ ਤੇ ਵੀ ਕੰਮ ਕਰੂੰਗਾ ਤੇ ਆਉਣ ਵਾਲਾ ਮੇਰੇ ਸਾਲ ਦੇ ਵਿੱਚ ਮੇਰੀ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਤੇ ਮੇਰੀ ਇੱਕ ਨਾਟਕ ਆ ਰਿਹਾ ਸੁਖਮਣੀ, ਜਿਹੜੇ ਮੈਂ ਕੁੜੀ, ਇਹ ਵੀ ਨਾਟਕ ਮੇਰਾ ਅਸੀਂ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਖੇਡ ਚੁੱਕੇ ਹਾਂ, ਜਿਹਦੀਆਂ 10 ਪ੍ਰਦਰਸ਼ਨੀਆਂ ਮੈਂ ਕਰੀਆਂ, ਉਹ ਵੀ ਮੇਰੇ ਸਕੂਲ ਦੇ ਬੱਚਿਆਂ ਨੇ ਕਰੀਆਂ ਨੇ। ਮੈਂ ਇਹ ਕਿਤਾਬ ਚਾਹੁੰਦਾ ਮੇਰੇ ਹਰ ਪਿੰਡ ਦੇ ਵਿੱਚ ਹਰ ਬੱਚੇ ਤੱਕ ਪਹੁੰਚੇ, ਤਾਂ ਜੋ ਅਸੀਂ ਸਾਇੰਸ ਦੀਆਂ ਵਿਧੀਆਂ ਨੂੰ ਸਮਝ ਸਕੀਏ। ਧੰਨਵਾਦ।